ਸਤਿ ਸ਼੍ਰੀ ਅਕਾਲ। ਮੁੱਦਾ ਗਰਮ ਹੈ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਗਗਨ ਬੇਦੀ ਤੇ ਅੱਜ ਗੱਲਬਾਤ ਕਰਾਂਗੇ ਇੱਕ ਐਸੀ ਕਾਰਵਾਈ ਦੀ ਜਿਸ ਨੂੰ ਲੈ ਕੇ ਦੋ ਪੱਖਾਂ ਦੇ ਵਿੱਚ ਜਿਹੜੇ ਵਿਚਾਰ ਆ ਰਹੇ ਨੇ, ਦੋ ਪੱਖਾਂ ਦੇ ਵਿੱਚ ਜਿਹੜੇ ਪ੍ਰਤੀਕਰਮ ਆ ਰਹੇ ਨੇ। ਇੱਕ ਪੱਖ ਇਹ ਹੈ ਜੋ ਕਹਿ ਰਿਹਾ ਕਿ ਬਹੁਤ ਵਧੀਆ ਕਾਰਵਾਈ ਹੋਈ ਹੈ। ਗੱਲ ਕਰ ਰਹੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣੀ ਕੈਬਨਿਟ ਦੇ ਵਿੱਚੋਂ ਸਿਹਤ ਮੰਤਰੀ ਨੂੰ ਭ੍ਰਿਸ਼ਟਾਚਾਰ ਕਰਨ ਦੇ ਜਿਹੜਾ ਮਾਮਲਾ ਸਾਹਮਣੇ ਆਇਆ ਸੀ, ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਪਾਏ ਗਏ ਸੀ, ਉਸ ਤੋਂ ਬਾਅਦ ਛੁੱਟੀ ਕਰ ਦਿੱਤੀ ਗਈ ਹੈ ਕੈਬਨਿਟ ਦੇ ਵਿੱਚੋਂ। ਤਾਂ ਇੱਕ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਕਿਉਂਕਿ ਜ਼ੀਰੋ ਟੋਲਰੈਂਸ ਦੀ ਗੱਲ ਹਮੇਸ਼ਾ ਆਮ ਆਦਮੀ ਪਾਰਟੀ ਕਹਿੰਦੀ ਰਹੀ ਹੈ। ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਸਹੁੰ ਚੁੱਕਣ ਵੇਲੇ ਵੀ ਕਿਹਾ ਗਿਆ ਸੀ। ਹਾਲਾਂਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ, ਕਾਂਗਰਸ ਵੱਲੋਂ ਵੀ, ਅਕਾਲੀ ਦਲ ਦੇ ਵੱਲੋਂ ਵੀ ਇਹ ਚੀਜ਼ ਕਹੀ ਜਾ ਰਹੀ ਹੈ ਕਿ ਪ੍ਰੈਸ਼ਰ ਬਹੁਤ ਸੀ ਕਿ ਵਾਅਦੇ ਜਿਹੜੇ ਪੂਰੇ ਨਹੀਂ ਕੀਤੇ ਜਾ ਰਹੇ, ਤਾਂ ਉਹਨੂੰ ਲੈ ਕੇ ਜਿਹੜਾ ਹੁਣ ਇਸ ਤਰ੍ਹਾਂ ਲੋਕਾਂ ਦਾ ਧਿਆਨ ਜਿਹੜਾ ਡਿਵਰਟ ਕੀਤਾ ਜਾ ਰਿਹਾ। ਤਾਂ ਵੱਖ-ਵੱਖ ਪੱਖਾਂ ਤੇ ਗੱਲਬਾਤ ਕਰਾਂਗੇ, ਇਸ ਕਾਰਵਾਈ ਨੂੰ ਦੇਖਦੇ ਕਿਵੇਂ ਨੇ ਸਾਰੇ। ਤਾਂ ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਾ ਦਿੰਦੇ ਹਾਂ ਪੈਨਲ ਦੇ ਨਾਲ। ਹਰੀਸ਼ ਰਾਏ ਢਾਂਡਾ ਨੇ ਸਾਡੇ ਨਾਲ, ਸੀਨੀਅਰ ਅਕਾਲੀ ਆਗੂ ਨੇ। ਪ੍ਰਿੰਸੀਪਲ ਕੁਲਦੀਪ ਸਿੰਘ ਕਲਸੀ ਨੇ, ਮਾਹਰ ਨੇ ਰਾਜਨੀਤਿਕ ਮਾਮਲਿਆਂ ਦੇ। ਤੇ ਸਾਡੇ ਨਾਲ ਸੰਜੇ ਕਪੂਰ ਨੇ, CSL ਪੰਜਾਬ ਤੋਂ ਨੇ, ਪੰਜਾਬ ਭਾਜਪਾ ਦੇ ਨਾਲ ਸੀਨੀਅਰ ਆਗੂ ਨੇ। ਸਾਰੇ ਮਹਿਮਾਨਾਂ ਦਾ ਸਵਾਗਤ ਹੈ ਜੀ। ਢਾਂਡਾ ਸਾਹਿਬ, ਤੁਹਾਡਾ ਪਹਿਲਾ ਰਿਐਕਸ਼ਨ ਲਵਾਂਗੇ। ਹਾਲਾਂਕਿ ਯੂਥ ਅਕਾਲੀ ਦਲ ਦੇ ਵੱਲੋਂ ਤਾਂ ਸਿੱਧੇ ਤੌਰ ਤੇ ਘੇਰੀ ਗਈ ਹੈ ਆਮ ਆਦਮੀ ਪਾਰਟੀ ਇਸ ਕਾਰਵਾਈ ਨੂੰ ਲੈ ਕੇ। ਤੁਹਾਡਾ ਪਹਿਲਾਂ ਤਾਂ ਇੱਕ ਰਿਐਕਸ਼ਨ ਲੈ ਲੈਂਦੇ ਹਾਂ ਇਸ ਕਾਰਵਾਈ ਨੂੰ ਲੈ ਕੇ। ਕੁਛ ਨਹੀਂ ਕਰਨਾ ਇਹਨਾਂ ਨੇ, ਲਗਾਤਾਰ ਇਸ ਕਿਸਮ ਦੇ ਤਮਾਸ਼ੇ ਕਰਕੇ ਲੋਕਾਂ ਨੂੰ ਡਿਸਟਰੈਕਟ ਕਰਨਾ। ਪਲੱਸ ਤੁਹਾਨੂੰ ਇਹ ਵੀ ਦੱਸ ਦਵਾਂ, ਇਹ ਰਿਵੀਲ ਹੋਊਗਾ, ਇਹ ਇਹਨਾਂ ਦੀ ਅੰਦਰੂਨੀ ਲੜਾਈ ਛਿੜਨੀ ਹੈ। ਮੈਂ ਤਾਂ ਬਹੁਤ ਪਹਿਲਾਂ ਪ੍ਰੈਡਿਕਟ ਕੀਤੀ ਸੀ ਕਿ 6 ਮਹੀਨੇ ਦੇ ਵਿੱਚ ਅੰਦਰੂਨੀ ਲੜਾਈ ਛਿੜਨੀ ਹੈ। ਹੁਣ ਆਲਰੇਡੀ ਕੈਂਪਸ ਬਣਨੇ ਸ਼ੁਰੂ ਹੋ ਗਏ। ਰਾਘਵ ਚੱਡੇ ਦਾ ਕੈਂਪ ਕਿਹੜਾ ਹੈ, ਕੇਜਰੀਵਾਲ ਦਾ ਕੈਂਪ, ਤੇ ਨਾਲੇ ਕੈਂਪ ਭਗਵੰਤ ਮਾਨ ਦਾ ਕਿਹੜਾ। ਇਹ ਰੋਜ਼ ਇੱਕ ਦੂਜੇ ਦੇ ਬੰਦੇ ਤੇ ਢਾਲ ਲਾਉਣ ਲਈ ਤੁਰੇ ਫਿਰਦੇ ਆ। ਤੁਸੀਂ ਦੇਖਿਓ ਆਉਣ ਵਾਲੇ ਸਮੇਂ 'ਚ ਬੜਾ ਕੁਝ ਰਿਵੀਲ ਹੋਊ। ਪਰ ਅਰਵਿੰਦ ਕੇਜਰੀਵਾਲ, ਰਾਘਵ ਚੱਡਾ ਹੋਰਾਂ ਨੇ ਤਾਂ ਤਾਰੀਫ ਬਹੁਤ ਕੀਤੀ ਹੈ। ਕੇਜਰੀਵਾਲ ਤਾਂ ਕਹਿੰਦੇ ਮੇਰੀ ਅੱਖਾਂ ਭਰ ਆਈਆਂ ਇਹ ਕਾਰਵਾਈ ਨੂੰ ਦੇਖ ਕੇ। ਹਲੇ ਸਮਾਂ ਦੇਖਿਓ, ਤੁਸੀਂ ਸਮਾਂ ਦੇਖਿਓ। ਫਿਰ ਇੰਜ ਕਰੋ, ਫਿਰ ਇੰਜ ਉਹ ਵੀ ਇਨਕੁਆਇਰੀ ਕਰ ਲੈਣ ਜਿਹੜੇ ਪੈਸੇ ਲੈ ਕੇ ਟਿਕਟਾਂ ਦਿੱਤੀਆਂ। ਉਹ ਬੜਾ ਕਲੀਅਰ ਹੈ, ਪੈਸੇ ਲੈ ਕੇ ਟਿਕਟਾਂ। ਅੱਛਾ ਢਾਂਡਾ ਸਾਹਿਬ, ਤੁਸੀਂ ਤਾਂ ਚਲੋ ਤੁਹਾਡੀ ਇੱਕ ਹੋਰ ਨਿਗਾਹ ਹੋ ਸਕਦੀ ਹੈ ਦੇਖਣ ਦੀ। ਤੁਸੀਂ ਬਹੁਤ ਸੀਨੀਅਰ ਵਕੀਲ ਹੋ, ਕਾਨੂੰਨੀ ਚੀਜ਼ਾਂ ਨੂੰ ਸਮਝਦੇ ਵੀ ਹੋ। ਤੇ ਇਹ ਜਦੋਂ ਪੜਤਾਲ ਹੋਊਗੀ, ਪੁੱਛਗਿੱਛ ਹੋਊਗੀ, OSD ਦੇ ਖਿਲਾਫ ਵੀ FIR ਹੋਊਗੀ। ਕਹਿੰਦੇ OSD ਦੇ ਥਰੂ ਲੈਂਦੇ ਸੀ, ਕਈ ਹੋਰ ਵੀ ਕੜੀਆਂ ਜੁੜ ਸਕਦੀਆਂ ਨੇ। ਇਹ ਵੀ ਇੱਕ ਪੱਖ ਬਣੇਗਾ ਕਿਉਂਕਿ ਜਦੋਂ ਪੁੱਛਗਿੱਛ ਹੋਏਗੀ ਕਈ ਹੋਰ ਨਾਮ ਵੀ ਜੁੜ ਸਕਦੇ ਨੇ। ਨਹੀਂ ਜੁੜ ਸਕਦੇ ਆ, ਕੀ ਪਤਾ ਉਹੀ ਕਿੰਨੇ ਨਾਮ ਰਿਵੀਲ ਕਰਨ। ਸਿੰਗਲਾ ਸਾਹਿਬ ਹੀ ਰਿਵੀਲ ਕਰਨਗੇ। ਹਾਲਾਤ ਤੇ ਵੇਟ ਕਰੋ, ਵਾਚ ਕਰੋ। ਬੜਾ ਅਰਲੀ ਹੈ ਕੋਈ ਕਮੈਂਟ ਕਰਨਾ। ਇਹਨਾਂ ਦੀ ਗਵਰਨਮੈਂਟ ਦੇ ਵਰਕ ਦੇ ਉੱਤੇ ਸਵਾਲ ਉਠਾਉਣਾ ਬਹੁਤ ਇਮੈਚੁਰ ਹੋਊਗਾ ਤੇ ਅਰਲੀ ਵੀ ਹੋਊਗਾ। ਲੈਟਸ ਸੀ, ਵਨ ਬਾਏ ਵਨ ਇਹ ਰਿਵੀਲ ਹੋਣਾ। ਤੁਸੀਂ ਦੇਖਿਓ ਅੰਦਰੋਂ ਇਹਨਾਂ ਦੀ ਕਿੰਨੀ ਆਪਸੀ ਡਿਸੈਂਟ ਚੱਲਣੀ ਹੈ, ਖਿੱਚਾਤਾਨੀ ਚੱਲਣੀ ਹੈ। ਸਮਾਂ ਆਊਗਾ, ਤੁਹਾਡੇ ਕੋਲ ਸਾਰਿਆਂ ਕੋਲ ਕਲੀਅਰ ਹੋਊਗਾ। ਹਲੇ ਕਈ ਮੰਤਰੀ ਕਹਿੰਦੇ ਆ ਖੜ ਜਾਓ, ਹਲੇ 3 ਮਹੀਨੇ ਦੇ ਬਾਅਦ ਗੱਲ ਕਰਾਂਗੇ। ਕਈ ਗੱਲਾਂ ਮੈਂ ਜਿਹੜੀਆਂ ਬੋਲ ਨਹੀਂ ਸਕਦਾ, ਜਿਹੜੀਆਂ ਮੇਰੇ ਨੌਲੇਜ ਹੈਗੀਆਂ। ਲੈਟਸ ਵਾਚ ਐਂਡ ਚਲੋ ਠੀਕ ਹੈ। ਸਾਡੇ ਨਾਲ ਸੰਜੇ ਜੀ ਨੇ, ਭਾਜਪਾ ਤੋਂ ਨੇ। ਅੱਛਾ, ਭਾਜਪਾ ਦੇ ਵੱਲੋਂ ਵੀ ਬਹੁਤ ਜਿਹੜਾ ਇਸ ਕਾਰਵਾਈ ਦੇ ਉੱਤੇ ਸਵਾਲ ਚੁੱਕੇ ਗਏ ਨੇ। ਹਰਜੀਤ ਗਰੇਵਾਲ ਤਾਂ ਕਹਿੰਦੇ ਕਿ ਭਗਵੰਤ ਮਾਨ ਹੋਰਾਂ ਦੇ ਕੋਲ ਤਜਰਬਾ ਹੀ ਨਹੀਂ ਹੈਗਾ, ਇਹ ਕੋਈ ਤਰੀਕਾ ਹੀ ਨਹੀਂ ਕਿਸੇ ਨੂੰ ਏਦਾਂ ਕੱਢ ਦੇਣਾ। ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਨਾ ਕਰਪਸ਼ਨ ਹੈਲਪਲਾਈਨ ਨੰਬਰ ਚਾਲੂ ਕੀਤਾ। ਠੀਕ ਹੈ, ਅੱਜ ਮੈਂ ਉਹ ਕਰਪਸ਼ਨ ਹੈਲਪਲਾਈਨ ਨੰਬਰ ਨਾ ਡਾਇਲ ਕਰਦਾ ਪਿਆ ਹੈਗਾ ਸੀ ਤੇ ਤੁਸੀਂ ਹੈਰਾਨ ਹੋ ਜਾਓਗੇ, ਉਹ ਸਵਿਚ ਆਫ ਹੀ ਆਈ ਜਾ ਰਿਹਾ ਨੰਬਰ। ਮੈਂ ਹੁਣ ਵੀ ਦੁਬਾਰਾ ਡਾਇਲ ਕਰਕੇ ਦੇਖ ਲੈਣਾ ਵਾ ਇਹ ਨੰਬਰ, ਤੇ ਤੁਹਾਨੂੰ ਪਤਾ ਲੱਗੇਗਾ ਕਿ ਨੰਬਰ ਹੀ ਇਹਨਾਂ ਨੇ ਬੰਦ ਕਰਕੇ ਰੱਖ ਦਿੱਤਾ ਹੈਗਾ ਵਾ। ਅੱਜ ਜਿਹੜਾ ਐਕਸ਼ਨ ਇਹਨਾਂ ਨੇ ਲਿੱਤਾ ਵਾ ਨਾ ਵਿਜੇ ਸਿੰਗਲਾ ਦੇ ਖਿਲਾਫ, ਵੈਸੇ ਤੇ ਮੈਂ ਇੰਡੀਵਿਜੂਅਲੀ ਇਸ ਐਕਸ਼ਨ ਨੂੰ ਐਪਰੀਸ਼ੀਏਟ ਕਰਨਾ ਹੈਗਾ ਵਾ, ਕਿਉਂਕਿ ਕੋਈ ਵੀ ਬੰਦਾ ਕਰਪਸ਼ਨ ਦੇ ਇਨਵੋਲਵ ਹੋਵੇ, ਉਹ ਚਾਹੇ ਜਿੱਡੀ ਮਰਜ਼ੀ ਸੀਟ ਤੇ ਹੋਵੇ, ਜਿੱਡੀ ਮਰਜ਼ੀ ਵੱਡੀ ਪੋਜੀਸ਼ਨ ਤੇ ਹੋਵੇ, ਉਹਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਹੈਗਾ ਵਾ। ਬਟ ਅਨਫੋਰਚੂਨੇਟਲੀ ਹੁੰਦਾ ਕੀ ਪਿਆ ਹੈਗਾ ਵਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਪ੍ਰੋਪੇਗੈਂਡਾ, ਪਬਲਿਸਿਟੀ ਸਟੰਟ ਤੇ ਨੌਟੰਕੀ ਦੇ ਵਿੱਚ ਜ਼ਿਆਦਾ ਵਿਸ਼ਵਾਸ ਕਰਨ ਲੱਗ ਪਈ ਹੈ। ਪਰ ਸੰਜੇ ਜੀ, ਕਿਉਂ ਲੱਗਦਾ ਇਦਾਂ? ਕਿਉਂਕਿ ਉਹ ਤਾਂ ਕਹਿੰਦੇ ਸਬੂਤ ਨੇ। ਭਗਵੰਤ ਮਾਨ ਕਹਿੰਦੇ ਅਸੀਂ ਸਟਿੰਗ ਕੀਤਾ, ਸਾਰਾ ਕੁਝ ਕੀਤਾ। 10 ਦਿਨ ਪੂਰੀ ਤਰ੍ਹਾਂ ਦੇ ਨਾਲ ਇਹਦੀ ਪੜਤਾਲ ਚੱਲੀ ਹੈ, ਟਰੈਪ ਚੱਲਿਆ। 10 ਦਿਨ ਪਹਿਲਾਂ ਸ਼ਿਕਾਇਤ ਆਈ ਸੀਗੀ ਤਾਂ ਅਸੀਂ ਕਾਰਵਾਈ ਕੀਤੀ। ਔਰ ਸਿੰਗਲਾ ਮੰਨੇ ਵੀ ਨੇ, ਵਿਜੇ ਸਿੰਗਲਾ ਕਹਿੰਦੇ ਮੰਨ ਗਏ ਨੇ, ਉਹਨਾਂ ਨੇ ਮੰਨਿਆ ਕਿ ਮੈਂ ਇਹਦੇ ਵਿੱਚ ਹੈਗਾ ਵਾ ਇਨਵੋਲਵ। ਦੇਖੋ, ਮੈਂ ਤੇ ਖੁਦ ਇਸ ਗੱਲ ਨੂੰ ਮੰਨਦਾ ਵਾਂ ਕਿ ਕਰਪਸ਼ਨ ਇੱਕ ਬੜਾ ਵੱਡਾ ਕਲੰਕ ਹੈਗਾ ਸੋਸਾਇਟੀ ਦੇ ਮੱਥੇ ਤੇ। ਔਰ ਜਿਹੜਾ ਐਕਸ਼ਨ ਭਗਵੰਤ ਮਾਨ ਨੇ ਲਿੱਤਾ ਹੈ, ਇਹ ਤਾਰੀਫ ਦੇ ਕਾਬਿਲ ਹੈ। ਪਰ ਮੁੱਦਾ ਕੀ ਹੈਗਾ ਕਿ ਅਫਸੋਸ ਉਦੋਂ ਹੁੰਦਾ ਵਾ
ਕਿ ਇੱਕ ਪਾਸੇ ਤੁਸੀਂ ਕਰਪਸ਼ਨ ਹੈਲਪਲਾਈਨ ਨੰਬਰ ਜਾਰੀ ਕੀਤਾ, 2 ਤੋਂ ਲੈ ਕੇ 2.5 ਲੱਖ ਕੰਪਲੇਂਟਾਂ ਉੱਥੇ ਹੈਲਪਲਾਈਨ ਨੰਬਰ ਤੇ ਆਈਆਂ, 4 ਕੰਪਲੇਂਟਾਂ ਰਿਜ਼ੋਲਵ ਨਹੀਂ ਹੋਈਆਂ। ਕਿਆ ਭਗਵੰਤ ਮਾਨ ਸਰਕਾਰ ਹੈ ਕਿ ਨਾ ਚਾਹੁੰਦੀ ਹੈਗੀ ਹੈ ਕਿ ਜਿੰਨੀਆਂ ਬਾਕੀ ਕੰਪਲੇਂਟਾਂ ਉੱਥੇ ਹੈਗੀਆਂ ਸੀ ਉਹ ਸਾਰੀਆਂ ਗਲਤ ਹੈਗੀਆਂ ਸੀ, ਔਰ ਜੇ ਉਹ ਕੰਪਲੇਂਟਾਂ ਸਹੀ ਹੈਗੀਆਂ ਸੀ ਤੇ ਉਹਨਾਂ ਨੂੰ ਪ੍ਰੋਪਰਲੀ ਡਿਸਪੋਜ਼ ਆਫ ਕਿਉਂ ਨਹੀਂ ਕੀਤਾ ਗਿਆ? ਉਸੇ ਤਰ੍ਹਾਂ ਇਹਨਾਂ ਦਾ ਕਰਪਸ਼ਨ ਹੈਲਪਲਾਈਨ ਨੰਬਰ, ਜੇ ਕੋਈ ਇੱਥੇ ਬੈਠੇ ਹੋਏ ਹੈ, ਟਾਂਡਾ ਜੀ ਵੀ ਬੈਠੇ ਹੈਗੇ ਹੈ, ਤੁਸੀਂ ਵੀ ਬੈਠੇ ਹੋ, 9501 200 200 ਡਾਇਲ ਕਰੋ। ਤੁਹਾਨੂੰ ਅੱਜ ਮੈਂ ਸਵੇਰ ਦਾ 6 ਵਾਰੀ ਨੰਬਰ ਡਾਇਲ ਕੀਤਾ ਹੋਇਆ ਵਾਲਾ, 6 ਦੇ 6 ਵਾਰੀ ਨਾ ਉਹ ਨੰਬਰ ਸਵਿਚ ਆਫ ਆ ਰਿਹਾ। ਤੁਸੀਂ ਵੀ ਕਰਕੇ ਦੇਖੋ ਕਿ ਇੰਨੀ ਜਲਦੀ ਇਹਨਾਂ ਦਾ ਹੈਲਪਲਾਈਨ ਨੰਬਰ ਕਰਪਸ਼ਨ ਦਾ ਬੰਦ ਹੋ ਗਿਆ। ਇਹ ਦੇਖੋ ਆਵਾਜ਼, ਇਹ ਨੰਬਰ ਕਰਪਸ਼ਨ ਹੈਲਪਲਾਈਨ करना चाहते हैं। ਚਲੋ ਤੁਸੀਂ ਚਲੋ ਵਿਜੇ ਸਿੰਗਲਾ ਵਾਲੀ ਆਪਾਂ ਆਈਏ, ਇਸ ਕਾਰਵਾਈ ਦੇ ਉੱਤੇ ਆਪਾਂ ਇਹਦੇ ਉੱਤੇ ਆਈਏ। ਚਲੋ ਉਹ ਠੀਕ ਹੈ, ਕੋਈ ਟੈਕਨੀਕਲ ਪ੍ਰੋਬਲਮ ਹੈ, ਚਲੋ ਮੰਨਿਆ ਕਿ ਉਹਦੇ ਵਿੱਚ ਨਹੀਂ ਚੀਜ਼ਾਂ ਉਸ ਲੈਵਲ ਤੇ ਕੰਮ ਕਰ ਰਹੀਆਂ ਜਾਂ ਉਸ ਲੈਵਲ ਤੇ ਨਹੀਂ ਉਹ ਪੜਤਾਲ ਘੋਖ ਕਰ ਪਾ ਰਹੇ, ਠੀਕ ਹੈ, ਤੁਹਾਡਾ ਉਹ ਪੱਖ ਅਲੱਗ ਹੈ। ਪਰ ਇਸ ਮਾਮਲੇ ਦੇ ਉੱਤੇ ਕਿਵੇਂ ਇਹਨੂੰ ਕਿਵੇਂ ਭਾਜਪਾ ਦੇਖਦੀ ਹੈ ਪੰਜਾਬ ਦੀ? ਦੇਖੋ, ਇਸ ਤੋਂ ਇਲਾਵਾ ਵੀ ਨਾ ਆਮ ਆਦਮੀ ਪਾਰਟੀ ਨੇ ਜਿਸ ਟਾਈਮ ਪੰਜਾਬ ਦੇ ਵਿੱਚ ਟਿਕਟਾਂ ਵੀ ਵੰਡੀਆਂ ਸੀ ਨਾ, ਉਸ ਟਾਈਮ ਵੀ ਬੜੀ ਵੱਡੇ ਐਲੀਗੇਸ਼ਨ ਲੱਗੇ ਸੀ, ਰਾਘਵ ਚੱਡਾ ਤੇ ਵੀ ਐਲੀਗੇਸ਼ਨ ਲੱਗੇ ਸੀ। ਚਾਹੀਦਾ ਤੇ ਆਮ ਆਦਮੀ ਪਾਰਟੀ ਜੇ ਬਿਲਕੁਲ ਇਮਾਨਦਾਰੀ ਦੇ ਨਾਲ ਚੱਲਦੀ ਪਈ ਹੈ ਨਾ, ਤੇ ਉਹਨਾਂ ਨੂੰ ਉਹ ਵੀ ਐਲੀਗੇਸ਼ਨ ਦੀ ਇਨਕੁਆਇਰੀ ਕਰਾਣੀ ਚਾਹੀਦੀ ਹੈ। ਦੂਸਰੀ ਗੱਲ ਮੈਂ ਤੁਹਾਨੂੰ ਔਰ ਦੱਸ ਦਿੰਦਾ ਵਾਂ ਕਿ ਅਮਰਗੜ੍ਹ ਤੋਂ ਐਮਐਲਏ ਹੈਗੇ ਸਰਦਾਰ ਜਸਵੰਤ ਸਿੰਘ ਜੀ, ਇਹ ਬੈਂਕ ਫਰਾਡ ਦੇ ਵਿੱਚ ਇਨਵੋਲਵ ਹੈਗੇ ਹੈ। 41 ਕਰੋੜ ਰੁਪਏ ਦਾ ਇਹਨਾਂ ਨੇ ਬੈਂਕ ਫਰਾਡ ਕੀਤਾ ਮਈ ਦੇ ਵਿੱਚ। ਮਈ ਦੇ ਪਹਿਲੇ ਬੈਂਕ ਆਫ ਇੰਡੀਆ ਨਾਲ ਫਰਾਡ ਹੈਗਾ ਸੀ। ਮਈ ਦੇ ਪਹਿਲੇ ਹਫਤੇ ਚ ਸੀਬੀਆਈ ਨੇ ਇਹਨਾਂ ਦੀ ਰੇਡ ਵੀ ਕੀਤੀ ਗਈ ਸੀ। ਅੱਜ ਤੱਕ ਤੇ ਆਮ ਆਦਮੀ ਪਾਰਟੀ ਨੇ ਬੇਸਿਕਲੀ ਕੋਈ ਐਕਸ਼ਨ ਨਹੀਂ ਲਿੱਤਾ ਉਹਨਾਂ ਦੇ ਖਿਲਾਫ ਕਿ ਉਹਨਾਂ ਦਾ ਇੱਕ ਐਮਐਲਏ ਇੱਕ ਫਰਾਡ ਦੇ ਵਿੱਚ ਇਨਵੋਲਵ ਹੈ, ਇੱਕ ਨੈਸ਼ਨਲਾਈਜ਼ਡ ਬੈਂਕ ਦੇ ਨਾਲ, ਔਰ ਇਹ ਕੰਪਲੇਂਟ ਨੈਸ਼ਨਲਾਈਜ਼ਡ ਬੈਂਕ ਆਫ ਇੰਡੀਆ ਨੇ ਫਾਈਲ ਕੀਤੀ ਹੋਈ ਹੈ। ਦੇਖੋ, ਇਹਨਾਂ ਦੀ ਇਮਾਨਦਾਰੀ ਤਾਂ ਝਲਕਦੀ ਜੇ ਉਸੇ ਟਾਈਮ ਇਹ ਆਪਣੇ ਉਹ ਅਮਰਗੜ੍ਹ ਦੇ ਐਮਐਲਏ ਨੂੰ ਸਸਪੈਂਡ ਕਰਦੇ ਜਿਹੜਾ ਬੰਦਾ ਇਹ ਫਰਾਡ ਦੇ ਵਿੱਚ ਇਨਵੋਲਵ ਹੈਗਾ ਸੀ। ਔਰ ਸਾਰਾ ਬੈਂਕ ਆਫ ਇੰਡੀਆ ਦੀ ਰਿਪੋਰਟ ਹੈਗੀ ਹੈ ਕਿ ਇਹਨਾਂ ਨੇ ਬੈਂਕ ਤੋਂ ਲਿੱਤਾ ਹੋਇਆ ਕਰਜ਼ਾ ਸਾਰਾ ਡਾਈਵਰਟ ਕਰ ਦਿੱਤਾ ਔਰ ਪੈਸਾ ਖਾ ਗਏ ਬੈਂਕ ਦਾ, ਔਰ ਸਾਰੀ ਬੈਂਕ ਨੂੰ ਗਲਤ ਰਿਪੋਰਟਾਂ ਪੇਸ਼ ਕਰਦੇ ਰਹੇ। ਐਡੀ ਵੱਡੀ ਰਿਪੋਰਟ ਤੁਹਾਡੇ ਪਾਸ ਆਮ ਆਦਮੀ ਪਾਰਟੀ ਦੇ ਕੋਲ ਹੋਵੇ ਔਰ ਅੱਜ ਤੱਕ ਇਹਨਾਂ ਨੇ ਸਰਦਾਰ ਜਸਵੰਤ ਸਿੰਘ ਉਹਨਾਂ ਦੇ ਖਿਲਾਫ ਕੋਈ ਵੀ ਐਕਸ਼ਨ ਨਹੀਂ ਲਿੱਤਾ। ਸੋ ਇਹ ਗੱਲਾਂ ਇੰਡੀਕੇਟ ਕਰਦੀਆਂ ਕਿ ਦਿਖਾਉਂਦੇ ਕੁਝ ਔਰ ਪਏ ਹੈ ਔਰ ਕਰਦੇ ਕੁਝ ਔਰ ਪਏ ਹੈ, ਨੀਅਤ ਇਹਨਾਂ ਦੀ ਕੁਝ ਔਰ ਹੈਗੀ ਹੈ। ਅੱਜ ਡਾਕਟਰ ਵਿਜੇ ਸਿੰਗਲਾ ਓਪਨਲੀ ਪਕੜੇ ਗਏ ਜਾਂ ਐਕਸ਼ਨ ਲੈ ਲਿੱਤਾ, ਆਉਣ ਵਾਲੇ ਟਾਈਮ ਦਿਨਾਂ 'ਚ ਵੀ ਪਤਾ ਲੱਗੇਗਾ ਕਿ ਡਾਕਟਰ ਵਿਜੇ ਸਿੰਗਲਾ ਔਰ ਕਿਹੜੇ ਬੰਦਿਆਂ ਦਾ ਨਾਮ ਲੈਂਦੇ ਹੈ। ਠੀਕ ਹੈ, ਸਾਹਮਣੇ ਔਰ ਖੁਲਾਸੇ ਦੇ ਵਿੱਚ ਚਲੋ ਠੀਕ ਹੈ। ਕਲਸੀ ਸਾਹਿਬ ਨੇ ਸਿਆਸਤ ਨੂੰ, ਕਲਸੀ ਸਾਹਿਬ ਤੁਸੀਂ ਇੱਕ ਵੱਖਰੇ ਐਂਗਲ ਤੋਂ ਸਮਝਦੇ ਹੋ ਤਾਂ ਤੁਸੀਂ ਇਹ ਜਿਹੜੀ ਕਾਰਵਾਈ ਹੋਈ ਹੈ, ਭਗਵੰਤ ਸਿੰਘ ਮਾਨ ਹੋਰਾਂ ਦਾ ਕੱਦ ਵੱਡਾ ਹੋਇਆ ਜਾਂ ਫਿਰ ਸਵਾਲ ਖੜੇ ਹੋ ਗਏ ਨੇ ਭ੍ਰਿਸ਼ਟਾਚਾਰ ਦਾ ਜਿਹੜਾ ਇਹ ਮਾਮਲਾ ਸਾਹਮਣੇ ਆਇਆ? ਕਿਉਂਕਿ ਭ੍ਰਿਸ਼ਟਾਚਾਰ ਦੇ ਉੱਤੇ ਮੈਨੂੰ ਲੱਗਦਾ ਕਿ ਪਾਰਟੀ ਦਾ ਇੱਕ ਮੇਨ ਪਿਲਰ ਹੈ ਆਮ ਆਦਮੀ ਪਾਰਟੀ ਦਾ। ਕਰਨਾ ਔਰ ਅਰੈਸਟ ਕਰਾਉਣਾ ਇੱਕ ਬਹੁਤ ਵੱਡਾ ਵੈਲਕਮ ਸਟੈਪ ਹੈਗਾ, ਪਰ ਇਹਦੀ ਪਰਛਾਈ ਦੇ ਵਿੱਚ ਪਿੱਛੇ ਜਾ ਕੇ ਦੇਖੀਏ ਤਾਂ ਇਹ ਕਿਵੇਂ ਬੰਦਾ ਮੰਤਰੀ ਬਣਿਆ। ਜੇ ਉਹੀ ਵਿਜੇ ਸਿੰਗਲਾ ਜਿਹੜਾ ਪਵਨ ਬਾਂਸਲ ਜੀ ਦਾ ਭਾਂਜਾ ਸੀ ਤੇ ਜਿਹੜਾ ਰੇਲਵੇ ਵਿੱਚ ਮਨੀ ਫਾਰ ਜੌਬ ਲਈ ਸਕੈਮ ਦੇ ਵਿੱਚ ਫਸਿਆ ਸੀ 2013 ਦੇ ਵਿੱਚ, ਤੇ ਮੈਨੂੰ ਇਹ ਅੰਡਰਸਟੈਂਡ ਕਰਨਾ ਮੇਰੇ ਵਾਸਤੇ ਇੱਕ ਪੋਲੀਟੀਕਲ ਸਾਇੰਸ ਦੇ ਸਟੂਡੈਂਟ ਹੋਣ ਦੇ ਨਾਤੇ ਮੈਨੂੰ ਔਖਾ ਲੱਗਦਾ ਹੈ ਕਿ ਮੰਤਰੀ ਬਣਾਉਣ ਲੱਗਿਆ ਕਿਵੇਂ ਬੰਦਾ ਮੰਤਰੀ ਬਣਿਆ। ਐਮਐਲਏ ਬਣ ਲੱਗਿਆ ਟਿਕਟ ਲੈਣੀ, ਜਿਵੇਂ ਸਾਡੇ ਬੀਜੇਪੀ ਦੇ ਪ੍ਰਵਕਤਾ ਵੀ ਕਹਿ ਰਹੇ ਨੇ ਕਿ ਟਿਕਟਾਂ ਜਿਹੜੀਆਂ ਸ਼ਾਇਦ ਕਿਤੇ ਵੇਚੀਆਂ ਵੀ ਗਈਆਂ, ਕੁਝ ਸ਼ਾਇਦ ਉਹਦੇ ਚੋਂ ਕਾਮਯਾਬ ਹੋ ਗਿਆ ਹੋਵੇ। ਪਰ ਮੈਨੂੰ ਦੋ ਮਰਹਲਿਆਂ ਤੇ ਇਹ ਆਮ ਆਦਮੀ ਪਾਰਟੀ ਉੱਪਰ, ਇੱਕ ਤਾਂ ਜਦੋਂ ਇਹਨਾਂ ਨੇ ਮੰਤਰੀ ਮੰਡਲ ਬਣਾਇਆ ਤਾਂ ਮੰਤਰੀ ਮੰਡਲ ਬਣਾਉਂਦੇ ਵਕਤ ਮੰਤਰੀਆਂ ਦੀ ਕਾਬਲੀਅਤ ਤੇ ਉਹਨਾਂ ਦੀ ਇਮਾਨਦਾਰੀ ਵੱਲ ਉਹਨਾਂ ਧਿਆਨ ਨਹੀਂ ਦਿੱਤਾ ਗਿਆ ਜਿੰਨੀ ਕੁ ਅਸੀਂ ਤਵੱਕੋ ਕਰਦੇ ਸੀਗੇ। ਇੱਕ ਨਵੀਂ ਸਰਕਾਰ ਇਸ ਤਰ੍ਹਾਂ ਦੇ ਮੁੱਦਿਆਂ ਦੇ ਉੱਪਰ ਪੰਜਾਬ ਵਿੱਚ ਸਥਾਪਿਤ ਹੋ ਰਹੀ ਹੈ ਤੇ ਇੱਕ ਵਧੀਆ ਸਰਕਾਰ ਦੇਣ ਲਈ ਉਹ ਬਹੁਤ ਹੀ ਮਾਹਰ ਜਿਹੜੇ ਫੀਲਡ ਦੇ ਬੰਦੇ ਉਹਨਾਂ ਨੂੰ ਲਾਵੇਗੀ ਮੰਤਰੀ, ਪਰ ਉਸ ਅਜਿਹਾ ਨਹੀਂ ਹੋਇਆ। ਔਰ ਦੂਸਰਾ, ਜਦੋਂ ਰਾਜ ਸਭਾ ਦੀਆਂ ਟਿਕਟਾਂ ਦਿੱਤੀਆਂ ਗਈਆਂ ਤਾਂ ਪੰਜਾਬ ਦੇ ਹਿੱਤ ਸੱਚੀ ਬਹੁਤ ਬੁਰੀ ਤਰ੍ਹਾਂ ਨਾਲ ਵਾਇਲੇਟ ਕੀਤੇ ਆਮ ਆਦਮੀ ਪਾਰਟੀ ਨੇ। ਤਾਂ ਦੋ ਜਿਹੜੇ ਸ਼ੰਕਾਵਾਂ ਨੇ ਮੇਰੀਆਂ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਿੰਸੈਰਿਟੀ ਹੈਗੀ ਹੈ ਪੰਜਾਬ ਦੇ ਪ੍ਰਤੀ, ਉਹਦੇ ਤੇ ਮੈਨੂੰ ਲੱਗਦਾ ਕਿ ਇਹ ਬੰਦਾ ਫਿਰ ਮੰਤਰੀ ਕਿਵੇਂ ਬਣਿਆ। ਜੇ ਮੰਤਰੀ ਦਾ ਪਿਛੋਕੜ ਇਸ ਤਰ੍ਹਾਂ ਦਾ ਸੀਗਾ ਕਿ ਜਿਹੜਾ ਆਲਰੇਡੀ ਹੀ ਰੇਲਵੇ ਸਕੈਮ ਦੇ ਵਿੱਚ ਕਿਤੇ ਗ੍ਰਸਤ ਸੀਗਾ ਤਾਂ ਉਸ ਨੂੰ ਟਿਕਟ ਦੇਣਾ ਤਾਂ ਹੋ ਸਕਦਾ ਕਿ ਪੈਸੇ ਦੇ ਜ਼ੋਰ ਤੇ ਲੈ ਗਿਆ ਹੋਵੇ, ਪਰ ਮੰਤਰੀ ਬਣਨ ਲੱਗਿਆ ਮੈਨੂੰ ਸਮਝ ਨਹੀਂ ਆਉਂਦਾ ਕਿ ਇਹੋ ਜਿਹੇ ਬੰਦੇ ਨੂੰ ਮੰਤਰੀ ਕਿਵੇਂ ਬਣਾਇਆ ਗਿਆ। ਤੇ ਇਹ ਦੋ ਗੱਲਾਂ ਜ਼ਰੂਰ ਸਾਨੂੰ ਵਿਚਾਰਨ ਦੀ ਲੋੜ ਹੈਗੀ ਹੈ ਕਿ ਜਿਹੜਾ ਕਿ ਆਮ ਆਦਮੀ ਪਾਰਟੀ ਦੀ ਸਿੰਸੈਰਿਟੀ, ਉਸ ਦੀ ਪੰਜਾਬ ਦੇ ਪ੍ਰਤੀ ਸੁਹਿਰਦਤਾ, ਪੰਜਾਬ ਦੇ ਇਸ਼ੂਜ਼
ਉਹਨਾਂ ਦਾ ਕਰਪਸ਼ਨ ਦੇ ਉੱਪਰ ਸਟੈਂਡ ਹੈ ਉਹਦੇ ਉੱਪਰ ਕੁਐਸਚਨ ਮਾਰਕ ਲਾਂਗੇ। ਪਰ ਉਹ ਤਾਂ ਕਹਿੰਦੇ ਕਿ ਕਾਂਗਰਸ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਸਾਧੂ ਸਿੰਘ ਧਰਮਸੋਤ ਹੋਰਾਂ ਦਾ ਜਦੋਂ ਨਾਂ ਬੋਲਿਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ। ਨਹੀਂ, ਮੈਂ ਜਿਹੜਾ ਕਾਰਵਾਈ ਨੂੰ ਤਾਂ ਵੈਲਕਮ ਕਰ ਰਿਹਾ, ਕਾਰਵਾਈ ਨੂੰ ਤਾਂ ਮੈਂ ਬਿਲਕੁਲ ਨਹੀਂ ਨਿਗੇਟ ਕਰ ਰਿਹਾ ਕਿ ਕਾਰਵਾਈ ਜਿੱਦਾਂ ਪ੍ਰੰਪਟਲੀ ਕੀਤੀ ਹੈਗੀ ਹੈ, ਜਿਸ ਤਰ੍ਹਾਂ ਬਰਖਾਸਤੀ ਹੈ, ਅਰੈਸਟ ਹੈ, ਇਹ ਵੈਲਕਮ ਸਟੈਪ ਹੈਗਾ। ਲੱਗਦਾ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਕਰਪਸ਼ਨ ਨੂੰ ਇੱਕ ਕਨਵੀਨੀਅੰਸੀ ਤੌਰ ਤੇ, ਮੁੱਦੇ ਦੇ ਤੌਰ ਤੇ ਨਹੀਂ ਲੈ ਰਹੀ, ਕਨਵਿਕਸ਼ਨ ਵੀ ਹੈ ਉਹਨਾਂ ਦੀ ਕਿਤੇ ਕਿ ਅਸੀਂ ਕਰਪਸ਼ਨ ਬਰਦਾਸ਼ਤ ਨਹੀਂ ਕਰਾਂਗੇ। ਪਰ ਜਿਹੜੇ 2 ਫੇਜ਼ ਮੈਂ ਤੁਹਾਨੂੰ ਜ਼ਿਕਰ ਕੀਤੇ ਨੇ ਉਹਨਾਂ ਤੇ ਕੁਐਸਚਨ ਮਾਰਕ ਹੈਗੇ ਨੇ ਕਿ ਬੰਦੇ ਮੰਤਰੀ ਕਿਵੇਂ ਬਣੇ ਜਿਨ੍ਹਾਂ ਦਾ ਪਿਛੋਕੜੀ ਇਸ ਤਰ੍ਹਾਂ ਦਾ ਹੈਗਾ, ਤਾਂ ਇਸ ਤੇ ਕੁਐਸਚਨ ਮਾਰਕ ਹੈਗਾ। ਉਹਨਾਂ ਅਜਿਹੇ ਪਿਛੋਕੜ ਵਾਲੇ ਵਿਅਕਤੀਆਂ ਤੋਂ ਇਮਾਨਦਾਰੀ ਦੀ ਆਸ ਕਰਨਾ ਕਿਵੇਂ ਆਮ ਆਦਮੀ ਪਾਰਟੀ ਆਸ ਕਰ ਰਹੀ ਹੈ। ਠੀਕ ਹੈ, ਬਿਲਕੁਲ। ਅੱਛਾ, ਟਾਂਡਾ ਸਾਹਿਬ, ਜਿਵੇਂ ਪੁੱਛ ਪੜਤਾਲ ਹੋਏਗੀ, ਹੋਰ ਨਾਮ ਸਾਹਮਣੇ ਆ ਸਕਦੇ ਨੇ, ਜਾਂ ਫਿਰ ਕਿਹਾ ਜਾ ਰਿਹਾ ਕਿ ਸਾਡੇ ਕੋਲ ਪੂਰਾ ਇੱਕ ਸਟਿੰਗ ਹੈਗਾ। ਭਗਵੰਤ ਮਾਨ ਹੋਰਾਂ ਨੇ ਜਿਹੜਾ ਲਾਈਵ ਹੋ ਕੇ ਗੱਲ ਕਹੀ ਹੈ ਕਿ ਸਾਡੇ ਕੋਲ ਇੱਕ ਸਟਿੰਗ ਹੈਗਾ, ਮਤਲਬ ਇਹ ਕੜੀਆਂ ਹੋਰ ਜੁੜ ਸਕਦੀਆਂ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ। ਪਰ ਆਮ ਆਦਮੀ ਪਾਰਟੀ ਤਾਂ ਆਪਣੀ ਪਿੱਠ ਥਪਥਪਾ ਰਹੀ ਹੈ ਔਰ ਲੋਕਾਂ ਦੇ ਵਿੱਚ ਕਹਿੰਦੇ ਲੋਕ ਵੀ ਤਾਰੀਫ ਕਰ ਰਹੇ ਨੇ, ਸੋਸ਼ਲ ਮੀਡੀਆ ਤੇ ਬਹੁਤ ਭਰਿਆ ਪਿਆ। ਪਰ ਅਕਾਲੀ ਦਲ ਦੇ ਵੱਲੋਂ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸਿੱਧੇ ਤੌਰ ਤੇ ਗੱਲ ਆਈ ਹੈ, ਉਹ ਕਹਿੰਦੇ ਕਿ ਸਿਰਫ ਆਪਣਾ ਜਿਹੜਾ ਫੇਲੀਅਰ ਹੈ, ਜਿਹੜੀਆਂ ਡਿਲੀਵਰੀ ਨਹੀਂ ਹੋ ਪਾ ਰਹੀ, ਜਿਹੜੇ ਵਾਅਦੇ ਕੀਤੇ ਸੀ, ਧਿਆਨ ਭਟਕਾਉਣ ਵਾਲੀ ਇਹ ਸਿਰਫ ਇੱਕ ਗੱਲ ਹੈ। ਇਹ ਟੋਟਲ ਡਿਸਟਰੈਕਟ ਕਰਨ ਲਈ ਹੈ, ਮੈਂ ਐਗਰੀ ਕਰਦਾ ਜੀ। ਐਂਡ ਆਵਾਜ਼ ਵੀ ਜਦ ਸ਼ੁਰੂ ਚ ਕਹਿੰਦੇ ਸੀ ਕਿ ਜਿਹੜਾ ਸਟਾਫ ਇਹਨਾਂ ਨੇ ਸਿਲੈਕਟ ਕੀਤਾ ਐਮਐਲਏ ਲਈ, ਉਹ ਸਟਾਫ ਬੜਾ ਮਾੜਾ ਹੈ। ਹੁਣ ਮੈਂ ਲੁਧਿਆਣੇ ਦੇ ਸਾਰਿਆਂ ਦੇ ਬਾਰੇ ਵੀ ਕਹਿ ਸਕਦਾ, ਬਾਹਰਲਿਆਂ ਬਾਰੇ ਵੀ ਕਹਿ ਸਕਦਾ, ਹਾਲਾਤ ਚੈੱਕ ਕਰੋ ਕਿ ਬੰਦਿਆਂ ਦੇ ਕਰੈਕਟਰਸ ਕੀ ਹੈ, ਉਹਨਾਂ ਦਾ ਪਿਛੋਕੜ ਹੀ ਦੇਖ ਲਓ ਕੀ ਹੈ। ਜਦ ਤੁਸੀਂ ਟੈਂਟਡ ਬੰਦਿਆਂ ਨੂੰ ਟਿਕਟਾਂ ਦਿਓਗੇ, ਉਹਨਾਂ ਤੋਂ ਇਮਾਨਦਾਰੀ ਐਕਸਪੈਕਟ ਕਿਵੇਂ ਕਰ ਸਕਦੇ ਹੋ ਇਮਾਨਦਾਰ ਹੋਣਗੇ? ਇਹ ਕਹਿਣਾ ਕਿ ਮੈਂ ਫੜ ਲਿਆ, ਇਹ ਇੱਕ ਪਾਰਟ ਹੈ। ਦੂਜਾ ਪਾਰਟ ਹੈ ਕਿ ਜਿਹੜੇ ਤੁਸੀਂ ਕੋਹੇਨੂਰ ਸਾਹਿਬ ਨੇ 92 ਹੀਰਿਆਂ ਚੋਂ 10 ਹੀਰੇ ਚੁਣੇ ਸੀ ਤੇ ਇੱਕ ਹੀਰਾ ਤਾਂ ਕੋਲਾ ਨਿਕਲਿਆ ਹੈ ਨਾ। ਇਹ ਤਾਂ ਐਡਮਿਸ਼ਨ ਆਈ ਇਹਨਾਂ ਦੀ ਕਿ ਇਹਨਾਂ ਦਾ ਬੰਦਾ ਭ੍ਰਿਸ਼ਟ ਸੀ, ਜਿਹੜੇ ਆਪਣੇ ਆਪ ਨੂੰ ਦਾਅਵੇ ਕਰਦੇ ਕਿ ਅਸੀਂ ਬੜੇ ਦੂਜਿਆਂ ਨਾਲੋਂ ਡਿਫਰੈਂਟ ਹੈ। ਇਹੀ ਚੀਜ਼ ਅਸੀਂ ਹਾਈਲਾਈਟ ਕਰਦੇ ਸੀ ਕਿ ਤੁਸੀਂ ਜਿਹੜੇ ਬੰਦੇ ਨੂੰ ਟਿਕਟਾਂ ਦਿੱਤੀਆਂ ਉਹ ਬੰਦੇ ਬੜੇ ਡਿਲੂਟਡ ਹੈ, ਬੜੇ ਮਾੜੇ ਹੈ, ਉਹਨਾਂ ਦਾ ਪਿਛੋਕੜ ਤੁਹਾਨੂੰ ਲੱਗਦਾ ਕਿ ਹੋਰ ਵੀ ਇਦਾਂ ਦੇ ਚੀਜ਼ਾਂ ਸਾਹਮਣੇ ਆ ਸਕਦੀਆਂ ਨੇ? ਕਿਉਂਕਿ ਅਕਾਲੀ ਦਲ ਦੇ ਵੱਲੋਂ ਵੀ ਉਦੋਂ ਕਿਹਾ ਗਿਆ ਸੀ ਜਦੋਂ ਟਿਕਟਾਂ ਦੀ ਵੰਡ ਹੋਈ ਕਿ ਇਹ ਬੰਦੇ ਨੇ, ਇਹਨਾਂ ਦੇ ਕਰੈਕਟਰ ਇਦਾਂ ਦੇ ਨੇ, ਜਿਵੇਂ ਤੁਸੀਂ ਕਿਹਾ ਕਿ ਟੈਂਟਡ ਕਰੈਕਟਰ ਨੇ। ਨਹੀਂ, ਬਹੁਤ ਥੋੜੇ ਬੰਦੇ ਆ ਇਹਨਾਂ 'ਚ ਜਿਹੜੇ ਬੰਦਿਆਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਬੰਦਿਆਂ ਦੇ ਕ੍ਰੈਡੈਂਸ਼ੀਅਲਸ ਅੱਛੇ ਹੈ, ਸਕਰੂਪਲਸ ਵਾਲੇ ਬੰਦੇ। ਇਹ ਜਿਹੜਾ ਸਟਾਫ ਹੈ, ਸਮਾਂ ਹਲੇ ਹੋਰ ਵੇਟ ਕਰੋ, ਹਲੇ ਤਾਂ ਦਿਨ ਹੀ 74 ਹੋਏ ਹੈ, ਸਾਲ ਤਾਂ ਸਰਕਾਰ ਦਾ, ਫਿਰ ਤੁਸੀਂ ਦੇਖਿਓ ਕੀ ਹੋਣਾ, ਕੀ ਅੱਗੇ ਆਣਾ ਤੁਹਾਡੇ। ਆ ਜਿਹੜੀਆਂ ਜ਼ਮੀਨਾਂ ਤੇ ਕਬਜ਼ੇ ਕਰਾਉਣ ਲੱਗੇ, ਜਿਹੜੇ ਕਹਿੰਦੇ ਅਸੀਂ ਜ਼ਮੀਨਾਂ ਮੁਕਤ ਕਰਾ ਰਹੇ, ਇਹ ਕੀ ਹੈ? ਸਟੰਟ ਹੈ। ਜਿਹੜੇ ਲੋਕਾਂ ਦੀਆਂ ਜੁਮਲਾ ਮਾਲਕਾਂ ਦੀਆਂ ਜ਼ਮੀਨਾਂ ਉਹਨਾਂ ਤੇ ਕਬਜ਼ੇ ਲੈ ਰਹੇ, ਉਹਨਾਂ ਨਾਲ ਸੌਦੇ ਹੋ ਰਹੇ ਆ ਕਿ ਇੰਨੇ ਪੈਸੇ ਦਿਓ ਤੁਹਾਡੀ ਜ਼ਮੀਨ ਛੁਡਾ ਦਿੰਨੇ ਆ। ਇਹ ਇੱਕ ਬਹੁਤ ਵੱਡਾ ਸਕੈਂਡਲ ਹੈ ਜਿਹੜਾ ਕਰਨ ਲੱਗੇ ਹੋਏ ਆ ਕਿ ਅਸੀਂ ਜੀ ਜ਼ਮੀਨਾਂ ਵਿਹਲੀਆਂ ਕਰਾ ਰਹੇ ਆ। ਇਹ ਰਿਵੀਲ ਹੋਊਗਾ ਤਾਂ ਤੁਸੀਂ ਵੇਟ ਕਰੋ, ਹਲੇ ਮੈਂ ਤਾਂ ਹੀ ਕਹਿ ਰਿਹਾ। ਪਰ ਟਾਂਡਾ ਸਾਹਿਬ ਮੰਤਰੀ ਸਾਹਿਬ ਤਾਂ ਕਹਿੰਦੇ, ਧਾਲੀਵਾਲ ਹੋਰੀ ਤਾਂ ਇਹ ਕਹਿੰਦੇ ਨੇ, ਮੰਤਰੀ ਪੰਚਾਇਤ ਮੰਤਰੀ, ਉਹ ਕਹਿੰਦੇ ਕਿ ਕਈ ਵੱਡੇ ਨਾਮ ਨੇ, ਉਹਦੇ ਵਿੱਚ ਸਾਰੀਆਂ ਪਾਰਟੀਆਂ ਦਾ ਹੀ ਨਾਮ ਲੈਂਦੇ ਨੇ। ਉਹ ਕਹਿੰਦੇ ਕਿ ਕਾਰਵਾਈ ਕਿਸੇ ਨੂੰ ਛੱਡਣਾ ਨਹੀਂ, ਕਾਰਵਾਈ ਪੂਰੀ ਕਰਨੀ ਹੈ। 1000 ਏਕੜ ਦੀ ਗੱਲ ਕਹਿੰਦੇ ਨੇ ਉਹ। ਧਾਰੀਵਾਲ ਸਾਹਿਬ ਨੂੰ ਪੁੱਤ, ਤੁਸੀਂ ਕਿੰਨੀ ਜਗ੍ਹਾ ਬੰਦੇ ਸੀ ਜਦ ਤੁਸੀਂ ਅਮਰੀਕਾ ਚਲੇ ਗਏ ਸੀ? ਅੱਤਵਾਦ ਦੇ ਸਮੇਂ ਤੁਹਾਡੇ ਤੋਂ ਜ਼ਮੀਨ ਖੋਈ ਗਈ ਸੀ, ਉਹ ਕਿੰਨੀ ਸੀ? ਤੇ ਤੁਸੀਂ ਜਿਹੜੀ ਅਮਰੀਕਾ ਗਏ ਹੋ, ਅਸਾਈਲਮ ਕਿਸ ਗੱਲ ਤੇ ਲਿਆ? ਇਹ ਕਹਿ ਕੇ ਕਿ ਮੈਂ ਅੱਤਵਾਦੀ ਹਾਂ। ਨਾਲੇ ਮੈਂ ਕਹਿੰਦਾ ਚੁੱਪ ਰਹੋ, ਬਹੁਤਾ ਮੂੰਹ ਨਾ ਖੁਲਾਓ ਸਾਡਾ। ਸਮਾਂ ਆਉਣ ਦੇ ਸਮੇਂ ਤੇ ਬਹੁਤ ਕੁਝ ਦੱਸੂਗਾ, ਸਾਰਾ ਕੁਝ ਪਤਾ ਮੈਨੂੰ। ਚਲੋ, ਟਾਂਡਾ ਸਾਹਿਬ ਬਹੁਤ ਚੀਜ਼ਾਂ ਜਾਣਦੇ ਨੇ। ਤੇ ਸਾਡੇ ਨਾਲ ਭਾਜਪਾ ਵਾਲੇ ਸੰਜੇ ਕਪੂਰ ਜੀ ਵੀ ਲਗਾਤਾਰ ਬਣੇ ਹੋਏ। ਸੰਜੇ ਕਪੂਰ ਜੀ, ਆਪਾਂ ਤੁਹਾਡੇ ਨਾਲ ਕੰਟੀਨਿਊ ਕਰਦੇ ਹਾਂ ਗੱਲ। ਜਿਸ ਤਰ੍ਹਾਂ ਹਰਜੀਤ ਗਰੇਵਾਲ ਹੋਰਾਂ ਨੇ ਕਿਹਾ, ਤਾਂ ਕਹਿੰਦੇ ਕਿ ਗੈਰ ਤਜਰਬੇਕਾਰ ਸਰਕਾਰ ਹੈ, ਪਰ ਭਗਵੰਤ ਮਾਨ ਇਹ ਚੀਜ਼ ਕਹਿੰਦੇ ਨੇ, ਕਹਿੰਦੇ ਕਿ ਜੇ ਦਮ ਹੈ ਕੋਈ ਹੋਰ ਇਦਾਂ ਕਰਕੇ ਦਿਖਾਵੇ। ਭ੍ਰਿਸ਼ਟਾਚਾਰ ਦਾ ਮਾਮਲਾ ਆਉਂਦਾ, ਕਹਿੰਦੇ ਜੇ ਮੈਂ ਚਾਹੁੰਦਾ ਤਾਂ ਮੈਂ ਦੱਬ ਸਕਦਾ ਸੀ ਗੱਲ। ਮੈਨੂੰ ਪਤਾ ਸੀ, ਕਿਸੇ ਨੂੰ ਪਤਾ ਵੀ ਨਹੀਂ ਲੱਗਣੀ ਸੀ, ਨਾ ਤਾਂ ਮੀਡੀਆ ਦੇ ਕੋਲ ਸੀ, ਨਾ ਵਿਰੋਧੀ ਪਾਰਟੀਆਂ ਦੇ ਕੋਲ ਸੀ ਇਹ ਗੱਲ ਪਤਾ ਸੀ। ਦੇਖੋ, ਜਿਹੜੀ ਗਰੇਵਾਲ ਸਾਹਿਬ ਨੇ ਗੱਲ ਕੀਤੀ ਹੈ ਨਾ ਕਿ ਸਰਕਾਰ ਗੈਰ ਤਜਰਬੇਕਾਰ ਹੈਗੀ ਹੈ, ਉਹ ਬਿਲਕੁਲ ਸਹੀ ਗੱਲ ਕੀਤੀ ਹੈ। ਉਹਦਾ ਉਦਾਹਰਨ ਤੁਹਾਨੂੰ ਮੈਂ 2-3 ਗੱਲਾਂ ਦੇ ਨਾਲ ਦੇ ਦੇਣਾ ਹੈਗਾ। ਇਹਨਾਂ ਨੇ ਬਜਟ ਲਈ ਪਿੱਛੇ ਹੈਲਪਲਾਈਨ ਨੰਬਰ ਜਾਰੀ ਕੀਤਾ ਕਿ ਆਪਾਂ ਪੰਜਾਬ ਦੇ ਲੋਕਾਂ ਕੋਲੋਂ ਓਪੀਨੀਅਨ ਲੈਣਾ ਹੈ। ਹਾਲਾਂਕਿ ਬਜਟ ਇੱਕ ਬੜਾ ਸਪੈਸ਼ਲਾਈਜ਼ਡ ਅਫੇਅਰ ਹੁੰਦਾ ਹੈਗਾ ਵਾ, ਜਿਹਦੇ ਲਈ ਇਹਨਾਂ ਨੂੰ ਬੇਸਿਕਲੀ ਇੱਕ ਐਕਸਪਰਟ ਐਡਵਾਈਸ ਦੀ ਲੋੜ ਹੁੰਦੀ ਹੈ। ਉਹਦੇ ਲਈ ਇਹਨਾਂ ਨੇ ਲੋਕਾਂ ਦਾ ਓਪੀਨੀਅਨ ਮੰਗਣਾ ਚਾਲੂ ਕਰ ਦਿੱਤਾ। ਔਰ ਜਦੋਂ MOU ਕਰਨਾ ਹੈਗਾ ਸੀ, ਉਦੋਂ ਚੁੱਪ ਕਰਕੇ ਦਿੱਲੀ ਦੀ ਗਵਰਨਮੈਂਟ ਨੇ ਕਰ ਲਿੱਤਾ ਕਿ 18 ਡਿਪਾਰਟਮੈਂਟ ਦਾ MOU।
ਉਹਦੇ ਵਿੱਚ 6 ਡਿਪਾਰਟਮੈਂਟ ਇਹੋ ਜਿਹੇ ਹੈਗੇ ਸੀ ਜਿਹੜੀ ਕਿ ਦਿੱਲੀ ਸਰਕਾਰ ਚਲਾਉਂਦੀ ਵੀ ਨਹੀਂ ਸੀ ਜਾ ਕੇ। ਤੋ ਅਲਟੀਮੇਟਲੀ ਉਸ ਟਾਈਮ ਇਹਨਾਂ ਨੇ ਲੋਕਾਂ ਦਾ ਓਪੀਨੀਅਨ ਕਿਉਂ ਨਹੀਂ ਮੰਗਿਆ ਹੈਗਾ ਕਿ ਵੀ ਸਾਡੇ ਡਿਪਾਰਟਮੈਂਟ 'ਚ ਕੋਈ ਕਮੀਆਂ ਪੇਸ਼ੀਆਂ ਆਈਆਂ, ਸਾਨੂੰ ਤੁਸੀਂ ਦੱਸੋ ਤੇ ਆਪਾਂ ਉਹ ਕਮੀਆਂ ਪੇਸ਼ੀਆਂ ਨੂੰ ਦੂਰ ਕਰਾਂਗੇ। ਇਹ ਗੱਲਾਂ ਇੰਡੀਕੇਟ ਪਤਾ ਕੀ ਕਰਦੀਆਂ ਹੈ ਕਿ ਇਹ ਆਪਣੇ ਤਰੀਕੇ ਨਾਲ ਜਿਸ ਸਾਈਡ ਤੇ ਦੌੜਨਾ ਚਾਹੁੰਦੇ ਆ ਨਾ, ਜਾਂ ਦਿੱਲੀ ਤੋਂ ਜੋ ਵੀ ਇੰਸਟਰਕਸ਼ਨਸ ਇਹਨਾਂ ਨੂੰ ਆਉਂਦੀਆਂ ਹੈਗੀਆਂ ਸਿਰਫ ਉਹਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੇ ਪਏ ਹੈਗੇ। ਜੇ ਉਸ ਟਾਈਮ ਪੰਜਾਬ ਦੇ ਵਿੱਚ ਬੜਾ ਇੰਟੈਲੈਕਚੁਅਲ ਇਹਨਾਂ ਨੇ ਵਰਚੁਅਲੀ ਉਸ ਟਾਈਮ ਵੀ ਕੀਤਾ, ਪਤਾ ਕੀ ਹੈ, ਪੰਜਾਬ ਦੇ ਲੋਕਾਂ ਦੀ ਇੱਕ ਤਰ੍ਹਾਂ ਦੀ ਬੇਇੱਜ਼ਤੀ, ਪੰਜਾਬ ਦੇ ਇੰਟੈਲੈਕਚੁਅਲ ਦੀ ਬੇਇੱਜ਼ਤੀ ਕੀਤੀ ਹੈ ਕਿ ਵੀ ਕਮ ਸੇ ਕਮ ਪਹਿਲੇ ਤੁਸੀਂ ਪੰਜਾਬ ਦੇ ਲੋਕਾਂ ਨਾਲ ਓਪੀਨੀਅਨ ਤੇ ਲੈ ਲਓ, ਡਿਪਾਰਟਮੈਂਟਾਂ ਤੇ ਜਾ ਕੇ ਉਹਨਾਂ ਦੀ ਪ੍ਰੋਬਲਮਸ ਨੂੰ ਸਮਝਦੇ ਲਵੋ, ਔਰ ਫਿਰ ਜੇ ਕਿਤੇ ਤੁਹਾਨੂੰ ਲੱਗਦਾ ਹੈ ਕਿ ਕਿਤੇ ਤੁਹਾਨੂੰ ਸਪੈਸ਼ਲਾਈਜ਼ਡ ਨੌਲੇਜ ਦੀ ਰਿਕੁਆਇਰਮੈਂਟ ਹੈ, ਫਿਰ ਤੁਸੀਂ ਹਿੰਦੁਸਤਾਨ ਦੀ ਉਹ ਸਟੇਟਾਂ ਦੇਖੋ ਜਿੱਥੋਂ ਤੁਹਾਨੂੰ ਐਕਸਪਰਟਿਜ਼ ਮਿਲ ਸਕਦੀ ਹੈ। ਇਹਨਾਂ ਨੇ ਚੁੱਕ ਕੇ ਇੱਕ MOU ਕਰਕੇ ਪੰਜਾਬ ਦੀ ਸਾਰਾ ਕਮਾਂਡ ਇੱਕ ਤਰੀਕੇ ਦੀ ਕੇਜਰੀਵਾਲ ਦੇ ਹੱਥ ਦੇ ਵਿੱਚ ਦੇ ਦਿੱਤੀ। ਜਿਸ ਤਰੀਕੇ ਇਲੈਕਟ੍ਰਿਸਿਟੀ ਡਿਪਾਰਟਮੈਂਟ ਦੇ ਆਫੀਸਰਸ ਉਹਨਾਂ ਨੇ ਪਹਿਲੇ ਬੁਲਾ ਲਿੱਤੇ ਸੀ ਤੇ ਬੜਾ ਕ੍ਰਿਟਿਸਿਜ਼ਮ ਹੋਇਆ ਸੀ ਕਿ ਬਈ ਇਹਨਾਂ ਨੇ ਕੇਜਰੀਵਾਲ ਕੋਲ ਕਿਸ ਕੈਪੈਸਿਟੀ ਦੇ ਵਿੱਚ ਉਹਨਾਂ ਨੇ ਇਲੈਕਟ੍ਰਿਸਿਟੀ ਡਿਪਾਰਟਮੈਂਟ ਦੇ ਆਫੀਸਰਸ ਨੂੰ ਬੁਲਾਇਆ, ਉਹ ਵੀ ਚੀਫ ਮਿਨਿਸਟਰ ਦੀ ਐਬਸੈਂਸ ਦੇ ਵਿੱਚ। ਉਸ ਚੀਜ਼ ਨੂੰ ਕਵਰ ਅਪ ਕਰਨ ਲਈ ਇਹਨਾਂ ਨੇ ਅੱਗੇ ਸਾਰੇ ਡਿਪਾਰਟਮੈਂਟਾਂ ਦਾ MOU ਕਰ ਦਿੱਤਾ। ਸੋ ਗੈਰ ਤਜਰਬੇਕਾਰ ਤੇ ਸਰਕਾਰ ਡੈਫੀਨੇਟਲੀ ਹੈ, ਐਕਸਪੀਰੀਅੰਸ ਇਹਨਾਂ ਨਹੀਂ ਹੈ। ਇਹਨਾਂ ਨੇ ਬੜੇ ਵੱਡੇ ਕਲੇਮ ਤੁਸੀਂ ਅਖਬਾਰਾਂ 'ਚ ਦੇਖੋਗੇ ਨਾ ਕੀਤੇ ਹੈ, ਆਪਾਂ ਇਹ ਕਰ ਦਿੱਤਾ, ਬਟ ਅਗਰ ਪਿਛਲੇ 70-75 ਦਿਨਾਂ 'ਚ ਤੁਸੀਂ ਧਿਆਨ ਨਾਲ ਦੇਖੋ ਨਾ, ਇਹਨਾਂ ਦਾ ਇੱਕ ਸਿੰਗਲ ਕੰਕਰੀਟ ਕੰਮ ਨਹੀਂ ਹੈਗਾ। ਔਰ ਅਖਬਾਰਾਂ ਦੀ ਐਡ ਦੇਖੋ ਤੇ ਅਖਬਾਰ ਸਾਰੇ ਭਰੇ ਪਏ ਹੈ। ਪਰ ਸੰਜੇ ਕਪੂਰ ਜੀ, ਹੁਣ ਜਦੋਂ ਅਖਬਾਰ ਦੇ ਵਿੱਚ ਐਡ ਲੱਗਣੀ ਹੈ, ਇਹ ਵੀ ਇੱਕ ਚੀਜ਼ ਨਾਲ ਲੱਗਣੀ ਹੈ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਸਿਹਤ ਮੰਤਰੀ ਦੀ ਛੁੱਟੀ ਕਰਤੀ, ਇਹ ਵੀ ਇੱਕ ਲਿਖਿਆ ਜਾਣਾ ਵਿੱਚ ਪ੍ਰਾਪਤੀ ਦੇ। ਦੇਖੋ ਮੈਂ ਤੇ ਤੁਹਾਨੂੰ ਪਹਿਲੇ ਹੀ ਕਿਹਾ ਹੋਇਆ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਦੀ ਸਰਕਾਰ ਹੈ ਨਾ, ਨੋਟੰਕੀ ਦੀ ਸਰਕਾਰ ਹੈ, ਇੱਕ ਪ੍ਰੋਪੇਗੰਡੇ ਦੀ ਸਰਕਾਰ ਹੈ, ਪਬਲਿਸਿਟੀ ਸਟੰਟ ਕਰਨ 'ਚ ਬੜੇ ਐਕਸਪਰਟ ਹੈਗੇ ਹੈ। ਇਹ ਹਰ ਮੌਕਾ ਐਡਵਰਟਾਈਜ਼ਮੈਂਟ ਦਾ ਅਵੇਲ ਕਰਨ ਦੀ ਕੋਸ਼ਿਸ਼ ਕਰਨਗੇ। ਜਦੋਂ ਦੀ ਵੀ ਸਰਕਾਰ ਬਣੀ ਹੈ, ਦੇਖੋ ਅਗਰ ਤੁਹਾਨੂੰ ਇਲੈਕਸ਼ਨ ਦੇ ਦੌਰਾਨ ਯਾਦ ਹੋਵੇ ਨਾ, ਤੇ ਕੇਜਰੀਵਾਲ ਜੀ ਨੇ ਕਿਹਾ ਸੀ ਕਿ ਮੈਨੂੰ ਪੰਜਾਬ ਨੂੰ ਚਲਾਉਣ ਲਈ ਨਾ ਇੱਕ ਪੈਸੇ ਦੀ ਲੋੜ ਨਹੀਂ ਹੈਗੀ, 54,000 ਕਰੋੜ ਰੁਪਇਆ ਤੇ ਮੈਂ ਪੰਜਾਬ ਤੋਂ ਇੰਝ ਹੀ ਕੱਢ ਲਵਾਂਗਾ। ਤੇ ਜੇ ਅੱਜ 54,000 ਕਰੋੜ ਕੱਢਣ ਦੀ ਸਥਿਤੀ ਦੇ ਵਿੱਚ ਹੁੰਦੇ ਤੇ ਅੱਜ ਜਿਹੜੀ 1,000 ਰੁਪਇਆ ਮਹੀਨਾ ਇਹਨਾਂ ਨੇ ਲੇਡੀਜ਼ ਨੂੰ ਵਾਅਦਾ ਕੀਤਾ ਹੈਗਾ ਸੀ ਕਿ ਉਹ ਆਪਾਂ ਦਵਾਂਗੇ, ਦੇ ਦਿੰਦੇ। ਅੱਜ ਦੀ ਡੇਟ ਇਹਨਾਂ ਨੇ ਪ੍ਰਾਪਰਟੀ ਟੈਕਸ ਮਾਫ ਕਰਨ ਦਾ ਕਮਿਟਮੈਂਟ ਕੀਤੀ ਆਪਣੇ, ਅੱਜ ਤੱਕ ਉਹਨੂੰ ਨਹੀਂ ਕਰ ਪਾਏ। 1 ਜੁਲਾਈ ਤੋਂ ਹਾਲੇ ਬਿਜਲੀ ਦਾ ਬਿੱਲ ਮਾਫ ਕਰਨਾ ਹੈਗਾ ਵਾ, ਉਸ ਮੁੱਦੇ ਤੇ ਨਹੀਂ ਹੋ ਪਾਏ। ਇੱਕ ਗੱਲ ਹੋਰ ਕਰਨਾ ਚਾਹੁੰਦਾ ਵਾ, ਹਾਂਜੀ। ਆਮ ਆਦਮੀ ਪਾਰਟੀ ਦੀ ਸ਼ੁਰੂਆਤ ਜਿਹੜੀ ਹੋਈ ਸੀ ਨਾ, ਜੇ ਤੁਹਾਨੂੰ ਯਾਦ ਹੋਵੇ, ਉਹ ਹੋ ਗਈ ਸੀ ਕਿ ਲੋਕਪਾਲ ਦੇ ਬਿੱਲ ਤੋਂ, ਕਿ ਵੀ ਆਪਾਂ ਲੋਕਪਾਲ ਨੂੰ ਹਿੰਦੁਸਤਾਨ ਦੇ ਵਿੱਚ ਲਿਆਣਾ ਚਾਹੁੰਦੇ ਹੈਗੇ ਆ। ਦਿੱਲੀ ਦੇ ਵਿੱਚ ਇਹਨਾਂ ਦੀ 5 ਸਾਲ 7 ਸਾਲ ਤੋਂ ਸਰਕਾਰ ਹੈਗੀ ਹੈ, ਅਜੇ ਤੱਕ ਦਿੱਲੀ ਦੇ ਵਿੱਚ ਲੋਕਪਾਲ ਨਹੀਂ ਲੈ ਕੇ ਆ ਪਾਏ, ਜਿਹੜਾ ਕਿ ਇਹਨਾਂ ਦੀ ਸ਼ੁਰੂਆਤ ਤੋਂ ਇਹਨਾਂ ਦੀ ਕਮਿਟਮੈਂਟ ਹੈਗੀ ਸੀ। ਅੱਜ ਪੰਜਾਬ ਦੇ ਵਿੱਚ ਸਰਕਾਰ ਹੈਗੀ ਹੈ, ਅੱਜ ਜੇ ਵਾਕਈ ਹੈ ਇਹਨਾਂ ਦੀ ਸਰਕਾਰ ਬਿਲਕੁਲ ਇਮਾਨਦਾਰ ਹੈ ਔਰ ਕਮਿਟਡ ਹੈਗੀ ਹੈ, ਤੇ ਇਨੀਸ਼ੀਏਟਿਵ ਲੈਣ, ਹਿੰਦੁਸਤਾਨ ਲਈ ਇੱਕ ਐਗਜ਼ਾਮਪਲ ਸੈੱਟ ਕਰਨ ਕਿ ਆਪਾਂ ਪੰਜਾਬ ਦੇ ਵਿੱਚ ਲੋਕਪਾਲ ਲੈ ਆਉਂਦਾ ਇੱਕ ਹੈ, ਸਾਰਾ ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਤੁਹਾਡੀ ਸਿੰਸੀਅਰਿਟੀ ਹੈ। ਚਲੋ ਠੀਕ ਹੈ। ਕਲਸੀ ਜੀ, ਜਿਹੜਾ ਆਪਾਂ ਸਮਾਜਿਕ ਤੌਰ ਤੇ ਦੇਖੀਏ, ਰਾਜਨੀਤਿਕ ਤੌਰ ਤੇ ਦੇਖੀਏ ਤਾਂ ਇਸ ਕਾਰਵਾਈ ਦਾ ਆਮ ਆਦਮੀ ਪਾਰਟੀ ਨੂੰ ਫਾਇਦਾ ਕਿੰਨਾ ਹੋਣਾ ਲੋਕਾਂ ਦੇ ਵਿੱਚ? ਚਲੋ ਪੋਲੀਟੀਕਲ ਤੌਰ ਤੇ ਤਾਂ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ, ਬੜੀਆਂ ਚੀਜ਼ਾਂ, ਹਰ ਸਿੱਕੇ ਦੇ ਦੋ ਪਹਿਲੂ ਦੇਖਦੇ ਨੇ, ਅਲੱਗ-ਅਲੱਗ ਤਰ੍ਹਾਂ ਦੇ ਮਤਲਬ ਨੇ, ਪਰ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਮੈਸੇਜ ਗਿਆ? ਤੁਹਾਨੂੰ ਲੱਗਦਾ ਕਿ ਪੋਜ਼ਿਟਿਵ ਮੈਸੇਜ ਗਿਆ, ਇਮੇਜ ਹੋਰ ਵਧੀਆ ਹੋਏਗੀ ਆਮ ਆਦਮੀ ਪਾਰਟੀ ਦੀ? ਗਗਨ ਜੀ, ਡੈਫੀਨਿਟਲੀ ਇਸ ਕਾਰਵਾਈ ਨਾਲ ਸਮਾਜਿਕ ਤੌਰ ਤੇ ਜਿਹੜਾ ਹੈਗਾ ਇਸ ਦਾ ਚੰਗਾ ਹੁਲਾਰਾ ਪੰਜਾਬ ਦੇ ਵਿੱਚੋਂ ਮਿਲੇਗਾ, ਕਿਉਂਕਿ ਇਹ ਗੱਲ ਜਿਹੜੀ ਭਗਵੰਤ ਮਾਨ ਜੀ ਦੀ ਆਪਣੀ ਸ਼ਾਖ ਹੈਗੀ ਹੈ, ਬਹੁਤ ਇਮਾਨਦਾਰ ਵਾਲੀ, ਸਿੰਸੈਰਿਟੀ ਵਾਲੀ, ਪੰਜਾਬ ਦੇ ਬਾਰੇ ਪੂਰਨ ਤੌਰ ਤੇ ਸਹਿਰਦ ਨੇ, ਇਸ ਬਾਰੇ ਇਸ ਤਰ੍ਹਾਂ ਦੀ ਸ਼ਾਖ ਪੰਜਾਬ ਵਿੱਚ ਮੰਨੀ ਜਾ ਰਹੀ ਹੈ ਭਗਵੰਤ ਮਾਨ ਜੀ ਦੀ, ਔਰ ਇਹ ਕਾਰਵਾਈ ਜਿਹੜੀ ਹੈਗੀ ਹੈ ਉਸ ਸ਼ਾਖ ਨੂੰ ਚਾਰ ਚੰਨ ਲਾਏਗੀ ਔਰ ਇਸ ਦਾ ਚੰਗਾ ਸਮਾਜਿਕ ਮੈਸੇਜ ਜਿਹੜਾ ਪੰਜਾਬ ਦੇ ਵਿੱਚ ਜਾਵੇਗਾ। ਬਾਕੀ ਗੱਲਾਂ ਜਿਹੜੀਆਂ ਨੇ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਸਰਕਾਰ ਹੈ ਕਿਉਂਕਿ ਨਵੀਂ ਬਣੀ ਹੈ, ਪਹਿਲੀ ਵਾਰ ਪੋਲੀਟੀਕਲ ਪਾਰਟੀ ਨੂੰ ਮੌਕਾ ਮਿਲਿਆ ਹੈ ਪੰਜਾਬ ਦੇ ਵਿੱਚ ਸੱਤਾ ਚਲਾਉਣ ਦਾ, ਉਹਦੇ ਚ ਕੁਝ ਕਮੀਆਂ ਪੇਸ਼ੀਆਂ ਜਿਹੜੀਆਂ ਨਾ ਤਜਰਬੇਕਾਰੀ ਬੜੀਆਂ ਗੱਲਾਂ ਨੇ ਉਹ ਜ਼ਰੂਰ ਮਿਲਣਗੀਆਂ ਤੁਹਾਨੂੰ, ਸੁਭਾਵਿਕ ਹੈ, ਉਹ ਨੈਚੁਰਲ ਨੇ, ਕਿਉਂਕਿ ਪਹਿਲੀ ਵਾਰੀ ਜਦੋਂ ਕੋਈ ਸਰਕਾਰ ਹੋਂਦ ਵਿੱਚ ਆਉਂਦੀ ਹੈ ਤਜਰਬਾ ਫਿਰ ਪ੍ਰਾਪਤ ਕਰਨ ਤੋਂ ਬਾਅਦ ਹੀ ਬੰਦਾ ਕੋਈ ਕਹਿੰਦਾ ਕਿ ਮੇਰੇ ਕੋਲ ਇਹੋ ਜਿਹਾ ਤਜਰਬਾ ਹੈ, ਮੇਰੇ ਕੋਲ ਇਹੋ ਜਿਹਾ ਤਜਰਬਾ ਹੈ। ਇਸ ਕਰਕੇ ਕਦੇ ਨਵੀਂ ਸਰਕਾਰ ਆਉਂਦੀ ਹੈ ਤਾਂ ਉਹਦੇ ਕੋਲੋਂ ਕੁਝ ਗਲਤੀਆਂ ਵੀ ਤੇ ਕੁਝ ਨਾ ਤਜਰਬੇਕਾਰੀ ਦੀਆਂ ਅਸੀਂ ਆਸ ਕਰ ਸਕਦੇ ਹੈਗੇ ਆ। ਆਪਾਂ ਨੂੰ ਕੁਝ ਮੌਕਾ ਹੋਰ ਦੇਣਾ ਚਾਹੀਦਾ ਹੈਗਾ, ਕਿਉਂਕਿ ਸਰਕਾਰ ਅਜੇ ਬਹੁਤ ਪੁਰਾਣੀ ਨਹੀਂ,
ਅਜੇ 74 ਦਿਨ ਹੋਏ ਨੇ ਸਰਕਾਰ ਨੂੰ ਚੱਲਦੇ ਹੋਏ, 5 ਸਾਲ ਇਸ ਸਰਕਾਰ ਨੇ ਕੰਮ ਕਰਨਾ ਹੈ। ਤਾਂ ਇਹ ਜਿਹੜਾ ਮੈਸੇਜ ਹੈਗਾ ਕਾਰਵਾਈ ਦਾ, ਇਸ ਦਾ ਇੱਕ ਚੰਗਾ ਮੈਸੇਜ ਜਿਹੜਾ ਮੈਨੂੰ ਲੱਗਦਾ ਕਿ ਅਫਸਰਸ਼ਾਹੀ ਦੇ ਉੱਤੇ ਵੀ, ਬਿਊਰੋਕ੍ਰੇਸੀ ਦੇ ਉੱਤੇ ਮੈਸੇਜ ਇਹਦਾ ਵੀ ਟਰੈਵਲ ਕਰੇਗਾ ਬਹੁਤ। ਗਗਨ ਜੀ, ਇਹ ਸਾਰਾ ਮੈਸੇਜ ਸਿਰਫ ਪੋਲੀਟੀਸ਼ੀਅਨਸ ਵਾਸਤੇ, ਮੰਤਰੀਆਂ ਵਾਸਤੇ ਹੀ ਨਹੀਂ ਹੈ, ਜਿਹੜੇ ਬਿਊਰੋਕਰੇਟਸ ਬੈਠੇ ਨੇ ਉਹਨਾਂ ਵਾਸਤੇ ਵੀ ਹੈ, MLA ਵਾਸਤੇ ਵੀ ਹੈਗਾ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਾਂਗੇ। ਇਹ ਇੱਕ ਅੱਛਾ ਸਾਈਨ ਹੈ ਪੰਜਾਬ ਦੇ ਲਈ, ਜਿਹੜੀ ਇਹ ਕਾਰਵਾਈ ਕੀਤੀ ਗਈ ਹੈਗੀ ਹੈ, ਇਸ ਨੂੰ ਮੈਂ ਵੈਲਕਮ ਸਟੈਪ ਕਰਨਾ ਔਰ ਇਹਦੇ ਚੰਗੇ ਸਿੱਟੇ ਦੀ ਉਮੀਦ ਵੀ ਕਰਦਾ। ਔਰ ਕਲਸੀ ਸਾਹਿਬ, ਇੱਕ ਚੀਜ਼ ਇਹ ਵੀ ਕਲੀਅਰ ਹੋ ਗਈ ਹੈ ਜਿਹੜੀ ਇਹ ਕਾਰਵਾਈ ਤੋਂ, ਕਿ ਜਿਹੜਾ ਭ੍ਰਿਸ਼ਟਾਚਾਰ ਹੈ ਉਹ ਵਾਕਈ ਜਿਵੇਂ ਪੋਲੀਟੀਸ਼ੀਅਨਸ ਤਾਂ ਕਹਿੰਦੇ ਹੀ ਆ, ਆਮ ਲੋਕ ਜਿਵੇਂ ਕਹਿੰਦੇ ਆ ਕਿ ਜੜਾਂ ਦੇ ਵਿੱਚ ਵੜਿਆ ਹੋਇਆ, ਤਾਂ ਇਹ ਚੀਜ਼ ਹੈ ਕਿ ਤੁਸੀਂ ਦੇਖੋ ਕਿ ਕਿਸ ਲੈਵਲ ਤੱਕ ਇਹ ਚੀਜ਼ਾਂ ਚੱਲਦੀਆਂ ਰਹੀਆਂ ਨੇ। ਔਰ ਇੱਕ ਚੀਜ਼ ਬੜੀ ਹਾਂਜੀ ਜੀ ਗਗਨ ਜੀ, ਭ੍ਰਿਸ਼ਟਾਚਾਰ ਦੇ ਮਾਮਲੇ 'ਚ ਸਾਡੀਆਂ ਪਿਛਲੀਆਂ ਸਰਕਾਰਾਂ, ਦੱਸੋ ਕਿਹੜੀ ਸਰਕਾਰ ਹੈ ਜਿਹਦੇ ਉੱਪਰ ਉਂਗਲ ਨਹੀਂ ਉੱਠਦੀ ਰਹੀ, ਕਿਹੜਾ ਮੰਤਰੀ ਜਿਹਦੇ ਉੱਤੇ ਉਂਗਲ ਨਹੀਂ ਉੱਠਦੀ ਰਹੀ। ਪਰ ਕਿੰਨੇ ਸਾਡੇ ਮੰਤਰੀ, ਕਿੰਨੇ ਸੀਨੀਅਰ ਪੋਲੀਟੀਸ਼ੀਅਨ ਹਰੇਕ ਪਾਰਟੀ 'ਚ, ਮੈਂ ਕਿਸੇ ਇੱਕ ਪਾਰਟੀ ਦਾ ਨਾਂ ਨਹੀਂ ਲੈਂਦਾ, ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਨੇ, ਕਿੰਨੇ ਕੇਸ ਚੱਲਦੇ ਨੇ, ਹੈਨਾ। ਉਹਨਾਂ ਨੂੰ ਆਪਾਂ ਕਿਸੇ ਇੱਕ ਬੰਦੇ ਦੇ ਉੱਪਰ, ਕਿਸੇ ਇੱਕ ਪਾਰਟੀ ਦੇ ਉੱਪਰ ਇਹ ਕੁਐਸਚਨ ਨਹੀਂ ਕਰ ਸਕਦੇ, ਕਿਉਂਕਿ ਸਾਰਾ ਸਾਡਾ ਜਿਹੜਾ ਪੰਜਾਬ ਦਾ ਜਿੰਨਾ ਵੀ ਸਾਡੀਆਂ ਪੋਲੀਟੀਕਲ ਪਾਰਟੀ ਜਿਹੜੀਆਂ ਐਗਜ਼ਿਸਟਿੰਗ ਇੱਥੇ ਕੰਮ ਕਰ ਰਹੀਆਂ ਨੇ, ਸਾਰਿਆਂ ਵਿੱਚ ਹੀ ਅਜਿਹੇ ਨੇਤਾ ਜਿਨ੍ਹਾਂ ਦੇ ਉੱਪਰ ਬਹੁਤ ਸਾਰੇ ਭ੍ਰਿਸ਼ਟਾਚਾਰ ਦੇ ਤੇ ਹੋਰ ਬਹੁਤ ਸਾਰੇ ਕ੍ਰਿਮੀਨਲ ਕੇਸ ਦਰਜ ਰਹੇ ਨੇ, ਚੱਲਦੇ ਕੇਸ ਵੀ ਨੇ। ਇਸ ਕਰਕੇ ਇਸ ਪਹਿਲੂ ਤੋਂ ਮੈਂ ਆਸ ਕਰਦਾ ਹੈਗਾ ਕਿ ਜਿਹੜਾ ਆਮ ਆਦਮੀ ਪਾਰਟੀ ਹੈ, ਇੱਕ ਚੰਗਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ। ਕਿਉਂਕਿ ਜੀ ਇਹ ਵੀ ਆਪਾਂ ਕਰ ਸਕਦੇ ਸੀ ਕਿ ਪਤਾ ਲੱਗ ਗਿਆ ਸੀ ਮੁੱਖ ਮੰਤਰੀ ਜੀ ਨੂੰ, ਕੱਲਾ ਉਹਨੂੰ ਸੈਕ ਕਰ ਦਿੰਦੇ, ਪਰ ਜਿਹੜਾ ਕੇਸ ਰਜਿਸਟਰ ਕਰਾਉਣਾ, ਅਰੈਸਟ ਕਰਾਉਣਾ, ਇਹ ਬਹੁਤ ਹੀ ਦਲੇਰਾਨਾ ਕਦਮ ਹੈ। ਔਰ ਉਹ ਕਿਹਾ ਗਿਆ ਕਿ ਮੈਂ ਦੱਬ ਸਕਦਾ ਸੀ ਜੇ ਮੈਂ ਚਾਹੁੰਦਾ ਤਾਂ, ਇਹ ਦੱਬਿਆ ਜਾ ਸਕਦਾ, ਕਾਰਵਾਈ ਵੀ ਹੋ ਜਾਂਦੀ, ਮੰਤਰੀ ਮੰਡਲ ਚੋਂ ਕੱਢ ਦਿੰਦੇ, ਆਪਣੇ ਆਪ ਚ ਕਾਰਵਾਈ ਹੋ ਗਈ ਸੀ, ਠੀਕ ਹੈ ਨਾ। ਪਰ ਉਸ ਤੋਂ ਅਗਲਾ ਸਟੈਪ ਹੈ ਜਿਹੜਾ, ਉਹ ਇਹ ਇੱਕ ਦਲੇਰਾਨਾ ਕਦਮ ਹੈ ਕਿ ਅਸੀਂ ਸਿਰਫ ਸੈਕ ਨਹੀਂ ਕੀਤਾ, ਅਸੀਂ ਕੇਸ ਰਜਿਸਟਰ ਕਰਾਇਆ ਔਰ ਉਸ ਨੂੰ ਅੰਦਰ ਕਰਾਇਆ। ਚਲੋ ਠੀਕ ਹੈ, ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਸਾਡੇ ਨਾਲ ਜੁੜਨ ਦੇ ਲਈ। ਦਰਅਸਲ ਸਮਾਂ ਸਾਡੇ ਕੋਲ ਇੰਨਾ ਹੀ ਸੀ। ਭਾਜਪਾ ਵਾਲੇ ਸੰਜੇ ਜੀ, ਤੁਹਾਡਾ ਵੀ ਧੰਨਵਾਦ। ਕਲਸੀ ਜੀ ਧੰਨਵਾਦ, ਢਾਂਡਾ ਹੀ ਜੁੜੇ ਸੀ ਸਾਡੇ ਨਾਲ, ਸਮੇਂ ਦੀ ਘਾਟ ਕਰਕੇ ਸਾਡੇ ਨਾਲ ਪੂਰੀ ਤਰ੍ਹਾਂ ਉਹ ਨਹੀਂ ਜੁੜ ਰਹੇ, ਤਾਂ ਪਰ ਧੰਨਵਾਦ ਉਹਨਾਂ ਦਾ ਵੀ। ਤਾਂ ਵੱਡੇ ਪੱਧਰ ਦੇ ਉੱਤੇ ਇੱਕ ਕਾਰਵਾਈ ਹੋਈ ਹੈ, ਹਾਲਾਂਕਿ ਵੈਲਕਮ ਸਟੈਪ ਕਿਹਾ ਜਾ ਰਿਹਾ ਆਮ ਆਦਮੀ ਪਾਰਟੀ ਦਾ, ਭਗਵੰਤ ਮਾਨ ਸਰਕਾਰ ਦਾ। ਨਾਲ ਦੀ ਨਾਲ ਜਿਹੜੀਆਂ ਵਿਰੋਧੀ ਪਾਰਟੀਆਂ ਨੇ, ਕੋਈ ਸ਼ੰਕੇ ਵੀ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ। ਪਰ ਇੱਕ ਗੱਲ ਸਾਫ਼ ਹੈ ਕਿ ਜ਼ੀਰੋ ਟੋਲਰੈਂਸ ਭ੍ਰਿਸ਼ਟਾਚਾਰ ਦੇ ਲਈ ਜਿਹੜੀ ਕਹੀ ਗਈ ਸੀ, ਉਹਦੇ ਮੁਤਲਕ ਕਾਰਵਾਈ ਕੀਤੀ ਗਈ ਹੈ। ਤੇ ਆਸ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਪੇਸ਼ਕਸ਼ ਪਸੰਦ ਆਏਗੀ। ਧੰਨਵਾਦ।